ਜਾਂ ਗੁਰਦੁਆਰਾ ਸ਼ਹੀਦਾਂ ਸਿੰਘਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਪਿੰਡ ਆਲੂਵਾਲ ਵਿਖੇ ਸਾਡੇ ਨਾਲ ਨੇ ਮੁੱਖ ਸੇਵਾਦਾਰ ਬਾਬਾ ਸੰਤ ਸੁਖਵਿੰਦਰ ਸਿੰਘ ਜੀ ਤੇ ਅੱਜ ਅਸੀਂ ਕਿਸਾਨ ਮਸਲੇ ਤੇ ਗੱਲਬਾਤ ਕਰ ਰਹੇ ਹਾਂ ਇਹਨਾਂ ਨਾਲ। ਜੋ ਕਿਸਾਨ ਅੰਦੋਲਨ ਆ ਉਹ ਦਿੱਲੀ ਦੇ ਵਿੱਚ ਅੱਜ ਪੂਰਾ 1 ਮਹੀਨਾ ਹੋ ਚੱਲਾ ਆ। ਮੋਦੀ ਸਰਕਾਰ ਲਗਾਤਾਰ ਕਿਸਾਨਾਂ ਨਾਲ ਪਹਿਲਾਂ ਮੀਟਿੰਗਾਂ ਕਰ ਰਹੀ ਸੀਗੀ, ਪਰ ਕਿਸਾਨਾਂ ਦਾ ਜਿਹੜਾ ਮਸਲਾ ਆ ਵੀ ਜਿਹੜੇ 3 ਬਿੱਲ ਆ ਉਹ ਰੱਦ ਹੋਣੇ ਚਾਹੀਦੇ ਆ, ਉਹਦੇ ਉੱਤੇ ਕਿਸਾਨ ਵੀ ਅੜੇ ਹੋਏ ਆ ਤੇ ਮੋਦੀ ਸਰਕਾਰ ਵੀ ਅੜੀ ਆ। ਇਸ ਸੰਬੰਧੀ ਬਾਬਾ ਜੀ ਨਾਲ ਗੱਲ ਕਰਾਂਗੇ। ਬਾਬਾ ਜੀ ਚੇਤਨਾ ਜਨਰਲ ਤੁਹਾਡਾ ਬਹੁਤ ਸਵਾਗਤ ਆ। ਪਰਮ ਸਤਿਕਾਰਯੋਗ ਦੇਸ਼ ਵਿਦੇਸ਼ ਵਸੇ ਹੋਏ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਮੈਂ ਅੱਜ ਸ਼ਹੀਦੀ ਜੋੜ ਮੇਲਾ ਸਾਹਿਬਜ਼ਾਦਿਆਂ ਚੱਲ ਰਿਹਾ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਤੇ ਕ੍ਰਿਸਮਸ ਦਾ ਦਿਹਾੜਾ ਹੈ, ਉਹ ਵੀ ਸਾਰੇ ਦੇਸ਼ ਵਾਸੀਆਂ ਨੂੰ ਖੁਸ਼ੀਆਂ ਭਰਿਆ ਹੋਵੇ। ਅੱਜ ਜੋ ਸਾਡੇ ਦੇਸ਼ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਲੰਬੇ ਸਮੇਂ ਤੋਂ, ਮੈਂ ਵੀ ਇੱਕ ਕਿਸਾਨ ਹੈ ਤੇ ਇਹ ਜਿਹੜਾ ਅੰਦੋਲਨ ਹੈ, ਜਿਹੜੇ ਸਾਡੇ ਉੱਤੇ 3 ਆਰਡੀਨੈਂਸ ਜਾਰੀ ਕੀਤੇ ਗਏ ਹੈ, ਕਿਸਾਨਾਂ ਉੱਤੇ ਜਿਹੜੇ ਬਿੱਲ ਇਹਨਾਂ ਨੇ ਲਾਗੂ ਕੀਤੇ ਹੈ, ਉਹਨਾਂ ਬਿੱਲਾਂ ਦੇ ਵਿਰੋਧ ਵਿੱਚ ਇਹ ਜਿਹੜਾ ਅੰਦੋਲਨ ਚੱਲ ਰਿਹਾ। ਕਿਸਾਨ ਕਹਿੰਦੇ ਅਸੀਂ ਇਸ ਜਿਹੜੇ ਬਿੱਲਾਂ ਨੂੰ ਰੱਦ ਕਰਵਾਉਣਾ ਤੇ ਸਰਕਾਰ ਸਾਨੂੰ ਉਹਨਾਂ ਬਿੱਲਾਂ ਦੇ ਬਾਰੇ ਸਪਸ਼ਟੀਕਰਨ ਦੇ ਰਹੀ ਹੈ ਕਿ ਜੋ ਤੁਸੀਂ ਸਾਨੂੰ ਕਹਿ ਰਹੇ ਆ ਸਾਡੇ MSP ਵੀ ਜਿਹੜਾ ਹੈ ਉਹ ਤੁਹਾਡਾ ਲਾਗੂ ਰਹੇਗਾ। ਮੈਂ ਬੇਨਤੀ ਕਰਦਾ ਕਿਸਾਨ ਸਰਕਾਰ ਨੂੰ ਕਿ ਤੁਸੀਂ ਬਿਲਕੁਲ ਜੋ ਕਹਿ ਰਹੇ ਹੋ ਜਾਇਜ਼ ਆ, ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਪਰ ਇਹ ਜਿਹੜਾ MSP ਹੈ ਇਹ ਇੱਕ ਸਮਰਥਨ ਮੁੱਲ ਹੁੰਦਾ ਕਿ ਕਿਸੇ ਵੀ ਫਸਲ ਦਾ ਸਮਰਥਨ ਮੁੱਲ ਤੁਸੀਂ ਤੈਅ ਕਰ ਦਿੱਤਾ। ਪਰ ਮੈਂ ਬੇਨਤੀ ਕਰਾਂ, ਪੰਜਾਬ ਦੇ ਵਿੱਚ ਤੁਸੀਂ ਕੇਵਲ ਜਿਹੜਾ ਸਮਰਥਨ ਮੁੱਲ ਤੇ ਝੋਨਾ ਖਰੀਦਿਆ, ਬਾਕੀ ਸਾਰੀਆਂ ਸਟੇਟਾਂ ਤੁਸੀਂ ਹਰਿਆਣੇ ਵਿੱਚ ਸਮਰਥਨ ਮੁੱਲ ਤੇ ਖਰੀਦਿਆ, ਔਰ ਬਾਕੀ ਸਾਰੀਆਂ ਸਟੇਟਾਂ ਜਿਹੜੀਆਂ ਉੱਥੇ ਕੋਈ ਸਮਰਥਨ ਮੁੱਲ ਨਹੀਂ। ਉਹ ਲੋਕ ਅੱਜ ਵੀ ਖੱਜਲ ਤੇ ਖੁਆਰ ਹੋ ਰਹੇ ਆ। ਜਿਵੇਂ ਤੁਸੀਂ ਇਹ ਬਿੱਲ ਸਾਡੇ ਤੇ ਜਾਰੀ ਕੀਤੇ, ਅਸੀਂ ਕਹਿੰਦੇ ਆ ਵੀ ਜਿਹੜਾ ਤੁਸੀਂ ਸਾਨੂੰ ਕਹਿ ਰਹੇ ਸੀ MSP ਤੁਹਾਨੂੰ ਦੇ ਰਹੇ ਆ, ਇਹ ਖਤਮ ਨਹੀਂ ਹੋਵੇਗਾ। ਤੁਸੀਂ ਮੱਕੀ ਦਾ ਮੁੱਲ ਵੀ 1850 ਰੁਪਏ ਤੈਅ ਕੀਤਾ, ਪਰ ਸਾਡੀ ਮੱਕੀ ਤਾਂ 700 ਰੁਪਏ ਨੂੰ ਵਿਕੀ ਹੈ। ਸਾਨੂੰ ਤੁਸੀਂ ਸਰਕਾਰ ਦੇ ਅੱਗੇ ਅਸੀਂ ਗੁਹਾਰ ਪਾਈ ਵੀ ਭਾਈ ਸਾਡੀ ਮੱਕੀ ਵਿਕ ਨਹੀਂ ਰਹੀ। ਅੱਜ ਉਹੀ ਮੱਕੀ ਸਾਡੇ ਕੋਲੋਂ 750 ਸਾਡੇ ਕੋਲ ਅਨਾਜ ਬਹੁਤ ਹੋ ਗਿਆ ਜੀ। ਅੱਜ ਅਸੀਂ ਲੈਣ ਜਾਂਦੇ ਆ ਮੱਕੀ ਦਾ ਬੀਜ ਖੇਤ 'ਚ ਪਾਉਣ ਵਾਸਤੇ ਸਾਨੂੰ 3500 ਨੂੰ ਕਿਲੋ ਮਿਲ ਰਿਹਾ, 3500 ਨੂੰ ਕੁਇੰਟਲ ਮਿਲ ਰਿਹਾ। ਉਹ ਤੁਸੀਂ ਦੱਸੋ, ਜੇ ਸਮਰਥਨ ਮੁੱਲ ਤੁਸੀਂ ਕਹਿੰਦੇ ਅਸੀਂ ਤੁਹਾਨੂੰ MSP ਦੇ ਰਹੇ ਆ, ਫਿਰ ਉਹ ਸਾਡੀ MSP ਕਿੱਥੇ ਗਈ ਹੈ? ਉਹ ਸਮਰਥਨ ਮੁੱਲ ਸਾਡਾ ਕਿੱਥੇ ਆ? ਇਹਦਾ ਮਤਲਬ ਜਿਹੜਾ MSP ਦਾ ਮਤਲਬ ਹੈ ਕਿ ਸਮਰਥਨ ਮੁੱਲ। ਕਿਸਾਨ ਇਹ ਕਹਿੰਦਾ ਕਿ ਮੈਨੂੰ ਸਮਰਥਨ ਮੁੱਲ ਮਿਲਣਾ ਚਾਹੀਦਾ। ਮੇਰੀ ਫਸਲ ਦਾ ਜੋ ਤੂੰ ਸਰਕਾਰ ਸਮਰਥਨ ਮੁੱਲ ਬੰਦ ਵੇ, ਉਹ ਤੋਂ ਥੱਲੇ ਕੋਈ ਵੀ ਵਪਾਰੀ ਨਾ ਖਰੀਦੇ, ਉਹ ਤੋਂ ਉੱਪਰ ਉੱਠ ਕੇ ਖਰੀਦੇ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਵਾਧਾ। ਪਰ ਜਦੋਂ ਸਾਡੀ ਇਹ ਸਮਰਥਨ ਮੁੱਲ ਤੁਹਾਡੇ ਤੈਅ ਕੀਤੇ ਹੋਏ ਤੋਂ ਸਾਡੀ ਫਸਲ ਥੱਲੜੇ ਭਾਅ 'ਤੇ ਵਿਕਦੀ ਹੈ, ਉਦੋਂ ਸਾਡਾ ਸਾਰਾ ਕੁਝ ਕੀਤਾ ਕਰਾਇਆ ਖਤਮ ਹੋ ਜਾਂਦਾ। ਜਿੱਦਾਂ 6% ਫਸਲਾਂ ਤੇ ਜਿਹੜਾ ਆ ਸਮਰਥਨ ਮੁੱਲ ਮਿਲਦਾ MSP। ਮੈਂ 6 ਮੁੱਲ ਜਿਹੜੀਆਂ ਫਸਲਾਂ ਉਹਦੇ ਵਿੱਚ ਕਿਹੜੀਆਂ ਮੈਨੂੰ ਤਾਂ ਸਮਝ ਨਹੀਂ ਆਈ। ਸਿਰਫ ਸਾਨੂੰ ਸਮਰਥਨ ਮੁੱਲ ਜਿਹੜਾ ਸੀ ਇੱਕ ਕਣਕ 'ਤੇ ਮਿਲ ਰਿਹਾ, ਇੱਕ ਸੀ ਝੋਨੇ ਦਾ, ਦੂਜਾ ਸੀ ਕਮਾਦ ਦਾ ਤੇ ਗੰਨਾ ਜਿਹੜਾ ਆ, ਤੇ ਹੋਰ ਉਹ ਤੋਂ ਉੱਤੇ ਤਾਂ ਸਾਨੂੰ ਸਮਰਥਨ ਮੁੱਲ ਕਿਸੇ ਚੀਜ਼ ਦਾ ਮਿਲਿਆ ਹੀ ਨਹੀਂ। ਉਹ ਕਿਹੜੀ ਚੀਜ਼ ਆ ਸਾਨੂੰ ਸਰਕਾਰ ਦੱਸੇ ਵੀ ਸਮਰਥਨ ਮੁੱਲ ਜਿਹੜਾ ਦੇ ਕੇ ਵੀ ਉਹ ਸਮਰਥਨ ਮੁੱਲ ਤੇ ਸਾਡਾ ਗੰਨਾ ਖਰੀਦਿਆ ਜਾ ਰਿਹਾ। ਆ ਪਹਿਲੀ ਵਾਰ ਅਸੀਂ ਇਹ ਦੇਖਿਆ ਕਿ ਸਾਡੇ ਖਾਤਿਆਂ ਵਿੱਚ ਪੈਸਾ ਸਿੱਧਾ ਆਇਆ, ਨਹੀਂ ਤੇ ਪਹਿਲਾਂ ਵੀ ਸਾਡੇ ਸਮਰਥਨ ਮੁੱਲ ਤੇ ਫਸਲਾਂ ਵਿਕੀਆਂ ਜ਼ਰੂਰ ਹੈ, ਪਰ ਸਾਨੂੰ ਸਮੇਂ ਤੇ ਅਦਾਇਗੀ ਨਹੀਂ ਹੋਈ, ਸਾਨੂੰ ਸਮੇਂ ਤੇ ਪੈਸਾ ਹੀ ਨਹੀਂ ਮਿਲਿਆ। ਅਸੀਂ ਉੱਦਾਂ ਬੈਠੇ ਬੇਬਸ ਹੋ ਕੇ ਬੈਠੇ। ਆ ਪਹਿਲਾ ਸਾਲ ਹੈ ਕਿ ਜਿਹੜਾ ਸਾਡੇ ਅਕਾਊਂਟਾਂ 'ਚ ਸਿੱਧਾ ਪੈਸਾ ਆਇਆ, ਸਾਡੀ ਖਰੀਦ ਕੀਤੀ, ਉਹ ਵੀ ਕੇਵਲ ਪੰਜਾਬ ਤੇ ਹਰਿਆਣਾ। ਬਾਕੀ ਸਾਰੀਆਂ ਸਟੇਟਾਂ ਵਿੱਚ ਤੇ ਅੱਜ ਵੀ 1200 ਰੁਪਏ ਨੂੰ 1250 ਨੂੰ ਝੋਨਾ ਵਿਕ ਰਿਹਾ। ਤੇ ਜੇ ਸਮਰਥਨ ਮੁੱਲ ਤੁਸੀਂ ਕਹਿੰਦੇ ਆ, ਤੇ ਜੋਗੀ ਸਾਹਿਬ ਹੁਣੇ ਟੈਲੀਫੋਨ ਤੇ ਸਪੀਚ ਦੇ ਰਿਹਾ ਸੀ ਕਿ ਅਸੀਂ ਤੁਹਾਡਾ MP ਖਤਮ ਨਹੀਂ ਕਰਦੇ। ਤੇ ਮੈਂ ਜੋਗੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਯੂਪੀ ਵਿੱਚ ਸਮਰਥਨ ਮੁੱਲ ਕਿੱਥੇ ਆ? ਤੁਸੀਂ ਦੱਸੋ ਸਾਨੂੰ, ਕਿਹੜੀ ਕਣਕ ਤੁਸੀਂ 30 ਕੁਇੰਟਲ ਤੁਸੀਂ ਇੱਕ ਜ਼ਿਮੀਂਦਾਰ ਤੋਂ ਸਮਰਥਨ ਮੁੱਲ ਤੇ ਕਣਕ ਖਰੀਦਦੇ ਆ? ਯੂਪੀ ਵਿੱਚ ਵੀ ਹੈਗੀ ਨਾ ਜ਼ਮੀਨ। ਹਾਂ, ਮੇਰੀ ਯੂਪੀ ਦੇ ਵਿੱਚ ਵੀ ਜ਼ਮੀਨ ਹੈ, ਉੱਥੇ ਵੀ ਮੈਂ ਕਾਸ਼ਤ ਕਰਦਾ ਜਾ ਕੇ। ਉੱਥੇ ਸਾਡੀ ਜਿਹੜੀ ਫਸਲ ਹੈ ਉਹ ਜਿਹੜੀ ਹੈ ਸਮਰਥਨ ਮੁੱਲ ਵਾਲੀ, ਤਾਂ ਸਾਰਾ 30 ਕੁਇੰਟਲ ਅਸੀਂ ਝੋਨਾ ਵੇਚ ਸਕਦੇ। ਤੁਹਾਨੂੰ ਕਣਕ ਇੱਕ ਖੇਤ ਬੰਦੇ ਕੋਲ 20 ਖੇਤਾਂ ਦੀ ਖੇਤੀ ਹੈ, ਉਹ ਜਾ ਕੇ 20 ਕੁਇੰਟਲ ਕਣਕ ਵੇਚ ਕੇ ਕਿੰਨਾ ਚਿਰ ਲਾਈਨ 'ਚ ਖੜਾ ਰਹੂਗਾ ਜਾ ਕੇ? ਬਾਬਾ ਜੀ ਜਦ ਥੋੜ੍ਹਾ ਸਾਨੂੰ ਦੱਸੋ ਵੀ ਜਿੱਦਾਂ ਪੰਜਾਬ ਦੇ ਵਿੱਚ ਸਮਰਥਨ ਮੁੱਲ ਕਣਕ ਝੋਨੇ ਗੰਨੇ 'ਤੇ ਮਿਲਦਾ ਆ, ਯੂਪੀ ਦੇ ਕੀ ਹਾਲਾਤ ਆ? ਉੱਥੇ ਕਣਕ ਝੋਨੇ ਦਾ ਤੇ ਗੰਨੇ ਦਾ ਕੀ ਰੇਟ ਚੱਲਦਾ ਪਿਆ? ਉੱਥੇ ਕੇਵਲ ਜੀ ਗੰਨੇ ਦਾ ਸਮਰਥਨ ਮੁੱਲ ਜ਼ਰੂਰ ਰੱਖਿਆ ਹੈ ਇਹਨਾਂ ਨੇ, ਪਰ ਉਹ ਵੀ ਜਿਹੜਾ ਪੈਸਾ ਇੱਕ ਸਾਲ ਜ਼ਿਮੀਂਦਾਰ ਨੂੰ ਮਿਲ ਨਹੀਂ ਰਿਹਾ।
ਜਿੱਥੇ ਕੇਵਲ ਗੰਨੇ ਦੀ ਖੇਤੀ ਹੈ ਉਹ ਜ਼ਿਮੀਂਦਾਰ, ਤੁਸੀਂ ਪੱਲੀਆ ਸਾਈਡ ਚਲ ਜਾਓ, ਤੁਸੀਂ ਨਗੋਹੀ ਸਾਈਡ ਚਲ ਜਾਓ, ਮਾਫ ਕਰਨਾ ਲਖੀਮਪੁਰ ਸਾਈਡ ਚਲ ਜਾਓ, ਉਹਨਾਂ ਲੋਕਾਂ ਨੂੰ ਪੁੱਛੋ ਜਾ ਕੇ ਕਿ ਤੁਹਾਨੂੰ ਗੰਨੇ ਦਾ ਸਮਰਥਨ ਮੁੱਲ ਤੇ ਤੈਅ ਕਰ ਦਿੱਤਾ ਪਰ ਉਹਦਾ ਪੈਸਾ ਨਹੀਂ ਮਿਲ ਰਿਹਾ, ਸਾਲ ਹੋ ਗਿਆ ਅਦਾਇਗੀ ਨਹੀਂ ਹੋਈ। ਔਰ ਜਿਹੜਾ ਕਣਕ ਤੇ ਝੋਨਾ ਆ, ਅੱਜ ਜਿਹੜਾ ਝੋਨਾ ਆ ਅਸੀਂ 1250 ਰੁਪਏ ਨੂੰ ਵੇਚ ਕੇ ਆਏ, 1200 ਰੁਪਏ ਨੂੰ ਵੇਚ ਕੇ ਆਏ, ਅਤੇ ਪੈਸੇ ਜਿਹੜੇ 1 ਮਹੀਨੇ ਬਾਅਦ ਸਾਨੂੰ ਦੇਣੇ ਉਹਨਾਂ ਨੇ, ਉਹ ਵੀ ਪਤਾ ਨਹੀਂ ਪੈਸੇ ਮਿਲਣੇ ਕਿ ਨਹੀਂ ਮਿਲਣੇ। ਅਸੀਂ ਕਿਵੇਂ ਕਹੀਏ ਵੀ ਤੁਸੀਂ ਸਮਰਥਨ ਮੁੱਲ ਜੋ ਸਾਨੂੰ ਕਹਿ ਰਹੇ ਐਮ ਅਸੀਂ ਖਤਮ ਨਹੀਂ ਕੀਤੀ, ਇਹ ਲਾਗੂ ਰਹੂਗੀ, ਲਾਗੂ ਤਾਂ ਤਾਂ ਹੀ ਸਾਡਾ ਸਮਰਥਨ ਮੁੱਲ ਤੇ ਫਸਲ ਨੂੰ ਖਰੀਦਿਆ ਜਾਵੇ। ਜਿਸ ਤਰ੍ਹਾਂ ਕਿਸਾਨ ਅੰਦੋਲਨ ਹੈ ਜਿਹੜਾ ਚੱਲਦਾ ਪਿਆ, ਉਹਨੂੰ ਤਾਰੋ ਪੀੜ ਕਰਨ ਲਈ ਲਗਾਤਾਰ ਮੋਦੀ ਸਰਕਾਰ ਵੱਲੋਂ ਵੀ ਨਕਲੀ ਕਿਸਾਨ ਆ ਜਿਹੜੇ, ਉਹਨਾਂ ਨੂੰ ਲਿਆ ਕੇ ਉਹਨਾਂ ਕੋਲ ਮੰਗ ਪੱਤਰ ਦਿਵਾਏ ਜਾ ਰਹੇ ਵੀ ਇਹ ਜਿਹੜੇ ਬਿੱਲ ਆ ਬਹੁਤ ਵਧੀਆ ਆ ਤੇ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਨਾ ਹੈਗਾ, ਕੀ ਕਹੋਗੇ ਇਹਦੇ ਬਾਰੇ? ਮੈਂ ਬੇਨਤੀ ਕਰਾਂ ਕਿ ਮੋਦੀ ਸਾਹਿਬ ਵੀ 9 ਕਰੋੜ ਤੁਸੀਂ ਕਹਿੰਦੇ ਕਿਸਾਨ ਦੇ ਖਾਤੇ ਵਿੱਚ ਮੈਂ 2000 ਰੁਪਈਆ ਪਰ ਕਿਸਾਨ ਨੂੰ ਪੈਸਾ ਪਾਇਆ, 18,000 ਕਰੋੜ ਅੱਜ ਤੁਸੀਂ ਪਾਤਾ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ 9,000 ਕਰੋੜ ਬੰਦਾ ਜਿਹੜਾ ਬੈਠਾ, 9 ਕਰੋੜ ਜਿਹੜਾ ਕਿਸਾਨ ਬੈਠਾ, ਉਹ ਕਹਿ ਰਿਹਾ ਬਿੱਲ ਰੱਦ ਕਰਨੇ, ਤੂੰ ਇਕੱਲਾ ਕਿ ਜਿਹਨਾਂ ਬਿੱਲ ਰਹਿਣੇ ਚਾਹੀਦੇ, ਤੁਸੀਂ 4 ਬੰਦੇ ਖੜੇ ਕਰਕੇ ਕਹੀ ਜਾਂਦੇ ਆ। ਤੁਸੀਂ ਇੰਨੀਆਂ ਗੱਲਾਂ ਕਰਨ ਦੀ ਲੋੜ ਕੀ ਜਿੱਥੇ 9 ਕਰੋੜ ਬੰਦਾ ਤੁਹਾਨੂੰ ਕਹਿ ਰਿਹਾ ਬਿੱਲ, ਜੇ ਤੁਹਾਨੂੰ ਇਹਨਾਂ ਦੇ ਵਿੱਚ ਨੁਕਸਾਨ ਕੋਈ ਨਹੀਂ ਲੱਗਦਾ ਤੇ ਇਹਨੂੰ ਰੱਦ ਕਰ ਦਿਓ। ਐਡਾ ਲੰਬਾ ਸੰਘਰਸ਼ ਚਲਾਉਣ ਦੀ ਲੋੜ ਹੀ ਨਹੀਂ, ਸੰਘਰਸ਼ ਅੱਜ ਖਤਮ ਹੋ ਜਾਊਗਾ। ਤੁਸੀਂ ਅੱਜ ਜਿਹੜੇ ਬਿੱਲ ਆ ਸਾਨੂੰ ਬਾਰ-ਬਾਰ ਸੁਝਾਅ ਦੇ ਕੇ ਕਹਿ ਰਹੇ ਆ ਜੀ ਇਹ ਠੀਕ ਆ ਜੀ, ਤੇ ਜੇ ਲੋਕ ਕਹਿੰਦੇ ਇਹਨੂੰ ਖਤਮ ਕੀਤਾ ਜਾਵੇ ਤੁਸੀਂ ਖਤਮ ਕਰ ਦਿਓ, ਇਹ ਝਮੇਲਾ ਖਤਮ ਹੋ ਜਾਵੇ, ਲੋਕ ਆਪਣੇ ਘਰਾਂ ਨੂੰ ਆਉਣ। ਠੰਡ ਵਿੱਚ ਕਿਸਾਨ ਕਿਉਂ ਉੱਥੇ ਬੈਠੇ ਧਰਨੇ ਮਾਰ ਕੇ? ਤੁਸੀਂ ਦੇਸ਼ ਦੇ ਵਿਕਾਸ ਨੂੰ ਰੋਕ ਦਿੱਤਾ, ਕਿੰਨੇ ਦੇਖੋ ਟੂਲ ਪਲਾਜ਼ੇ ਬੰਦ ਪਏ ਆ, ਕਿੰਨਾ ਦੇਸ਼ ਦਾ ਨੁਕਸਾਨ ਹੋ ਰਿਹਾ, ਤੁਸੀਂ ਉਹਦੇ ਵੱਲ ਦੇਖਦੇ ਨੇ ਇੱਕ ਜਿੱਦ ਤੇ ਅੜ ਕੇ ਬੈਠੇ ਆ ਕਿ ਇਹ ਆਰਡੀਨੈਂਸ ਵਧੀਆ ਆ, ਇਹ ਆਰਡੀਨੈਂਸ ਚੰਗੇ ਆ। ਜੇਕਰ ਲੋਕਾਂ ਨੂੰ ਨਹੀਂ ਪ੍ਰਵਾਨ ਤੇ ਤੁਸੀਂ ਖਤਮ ਕਰ ਦਿਓ, ਰੱਦ ਕਰ ਦਿਓ। ਜਿੱਦਾਂ 1947 ਤੋਂ ਬਾਅਦ ਪਹਿਲਾ ਇੱਕ ਅੰਦੋਲਨ ਆ ਜਿਹੜਾ ਦਿੱਲੀ ਦੇ ਵਿੱਚ ਹੋਇਆ, ਲਗਾਤਾਰ 1 ਮਹੀਨਾ ਹੋ ਗਿਆ ਚੱਲਦੇ ਨੂੰ ਅੰਦੋਲਨ, ਤੇ ਮੈਂ ਉੱਥੇ ਦਿੱਲੀ ਜਾ ਕੇ ਦੇਖਿਆ, ਉੱਥੇ ਇੱਕ ਨਵਾਂ ਪੰਜਾਬ ਵਸਿਆ ਹੋਇਆ, ਲਗਾਤਾਰ ਦੇਸ਼ਾਂ ਵਿਦੇਸ਼ਾਂ ਤੋਂ ਸਿੱਧੀ ਹੈਲਪ ਹੋ ਰਹੀ ਆ ਤੇ ਕਾਫੀ ਜਾਣੀ ਇੱਕ ਜੁੜਿਆ ਹੋਇਆ ਪੰਜਾਬ ਜਿਹੜਾ ਆ ਉਹ ਨਜ਼ਰ ਆਉਂਦਾ ਉੱਥੇ। ਬਿਲਕੁਲ, ਇਹ ਕੋਈ ਅਣਕਥਨੀ ਨਹੀਂ। ਇਹ ਜਿਹੜਾ ਅੰਦੋਲਨ ਆ, ਅਸੀਂ ਵੀ ਜਦੋਂ ਦੇ ਮੈਂ ਵੀ ਜਨਮ ਲਿਆ ਆ, ਮੈਂ ਵੀ ਇਸ ਸੰਸਾਰ 'ਤੇ ਜਦੋਂ ਦਾ ਆਇਆ ਹੋਇਆ, 1969 ਦਾ ਮੇਰਾ ਜਨਮ ਹੈ, ਅਤੇ ਮੈਂ ਦੇਖ ਰਿਹਾ ਵੀ ਅੱਜ ਤੱਕ ਅਸੀਂ ਕੋਈ ਅੰਦੋਲਨ ਐਡਾ ਲੰਬਾ ਨਹੀਂ ਚੱਲਦਾ ਦੇਖਿਆ। ਜੇ ਸਰਕਾਰ ਨੇ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤਾ, 2 ਦਿਨ ਰੋਸ ਪ੍ਰਦਰਸ਼ਨ ਹੋਏ, ਉਸ ਰੇਟ ਨੂੰ ਉਦੋਂ ਵੀ ਘਟਾ ਦਿੱਤਾ ਗਿਆ, ਉਹ ਅੰਦੋਲਨ ਖਤਮ ਹੋ ਗਿਆ। ਪਰ ਇਹ ਪਹਿਲੀ ਵਾਰ ਨਹੀਂ, ਚਲੋ ਸਾਡੇ ਉੱਤੇ ਤੇ ਪੰਜਾਬੀਆਂ ਉੱਤੇ ਤੇ ਸਮਾਂ ਦਿੱਲੀ ਨੇ ਕਈ ਵਾਰ ਸਾਨੂੰ ਸੱਦਿਆ, ਕਈ ਵਾਰ ਅਸੀਂ ਉਸ ਦਿੱਲੀ ਵਿੱਚ ਗਏ ਹਾਂ। ਕਦੀ ਅਸੀਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਰੂਪ ਵਿੱਚ ਦਿੱਲੀ ਨੇ ਸਾਨੂੰ ਸੱਦਿਆ, ਕਦੀ ਹਰਕਿਸ਼ਨ ਮਾਰ ਦੇ ਰੂਪ ਵਿੱਚ ਉੱਥੇ ਦਿੱਲੀ ਨੇ ਸੱਦਿਆ, ਅਤੇ ਜਦੋਂ ਵੀ ਗਏ ਸਾਨੂੰ ਵੱਡੀਆਂ ਕੁਰਬਾਨੀਆਂ ਦੇ ਕੇ ਜ਼ਿੰਦਗੀ ਨੂੰ ਜਿੱਤਣਾ ਪਿਆ। ਪਰ ਅੱਜ ਵੀ ਮੈਂ ਕਹਿੰਦਾ ਜੇ ਦਿੱਲੀ ਨੇ ਸਾਨੂੰ ਸੱਦਿਆ ਅਤੇ ਜੇਕਰ ਉਹ ਭਲੀ ਭਾਂਤ ਸਾਡੇ ਜਜ਼ਬਾਤਾਂ ਨੂੰ ਸਮਝਦੀ ਹੈ, ਜਿਹੜੇ ਇਹ ਅੰਦੋਲਨ ਸ਼ੁਰੂ ਹੋਇਆ ਇਹਨੂੰ ਖਤਮ ਕਰਨਾ ਚਾਹੁੰਦੀ ਹੈ, ਤੇ ਮੈਂ ਕਹਿੰਦਾ ਵੀ ਜਿਹੜੇ 3 ਆਰਡੀਨੈਂਸ ਨੂੰ ਰੱਦ ਕਰ ਦੇਣੇ ਚਾਹੀਦੇ ਆ। ਬਹੁਤਾ ਵੱਡਾ ਝਮੇਲਾ ਨਹੀਂ, ਜੇ ਇਹਨਾਂ ਨੂੰ ਲੱਗਦਾ ਉਹਨਾਂ ਨੂੰ ਲਾਗੂ ਕਰਨ ਵਿੱਚ ਕੋਈ ਨੁਕਸਾਨ ਨਹੀਂ, ਤੇ ਜੇ 9 ਕਰੋੜ ਕਹਿੰਦਾ ਇਹਦਾ ਫਾਇਦਾ ਕੋਈ ਨਹੀਂ, ਤੁਸੀਂ ਖਤਮ ਕਰ ਦਿਓ। ਤੇ ਇਹ ਐਡਾ ਅੰਦੋਲਨ ਜਿਹੜਾ ਪਹਿਲੀ ਵਾਰ ਅਸੀਂ ਵੀ ਆਪਣੀ ਜ਼ਿੰਦਗੀ 'ਚ ਦੇਖਿਆ ਚੱਲਿਆ। ਪਰ ਮੈਂ ਕਹਾਂਗਾ ਇਹ ਅੰਦੋਲਨ ਜੇ ਇਹਨਾਂ ਨੇ ਆਰਡੀਨੈਂਸ ਜਾਰੀ ਕੀਤੇ, ਸਾਡੀ ਏਕਤਾ ਦਾ, ਸਾਡੇ ਭਾਈਚਾਰਕ ਸਾਂਝਾਂ ਦਾ, ਸਾਡੇ ਜਿਹੜੇ ਈਰਖਾ ਦਵੈਸ਼ਾਂ ਵਾਲੀਆਂ ਗੱਲਾਂ ਸੀ, ਅੱਜ ਅਸੀਂ ਦੇਖਿਆ ਕਿ ਉਹ ਸਾਰਾ ਕਿਸਾਨ ਭਾਰਤ ਦਾ, ਇਕੱਲਾ ਪੰਜਾਬ ਨਹੀਂ, ਉੱਥੇ ਮੁਸਲਮਾਨ ਵੀ ਬੈਠਾ, ਉੱਥੇ ਹਿੰਦੂ ਵੀ ਬੈਠਾ, ਉੱਥੇ ਸਿੱਖ ਵੀ ਬੈਠਾ, ਉੱਥੇ ਈਸਾਈ ਵੀ ਬੈਠਾ। ਅੱਜ ਉਹ ਜਿਹੜਾ ਸਤਿਗੁਰੂ ਦਾ ਫਰਮਾਨ ਸੀ, ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈ ਭਾਈ, ਅੱਜ ਉਹ ਸਾਨੂੰ ਉੱਥੇ ਇੱਕ ਇਹ ਵਿਲੱਖਣ ਰਿਸ਼ਤਾ ਬਣਿਆ ਦੇਖਿਆ ਕਿ ਅਸੀਂ ਫਿਰ ਸਾਰੇ ਇੱਕ ਦੂਜੇ ਨੂੰ ਭਰਾਵਾਂ ਦੀ ਤਰ੍ਹਾਂ ਉੱਥੇ ਇਕੱਠੇ ਹੋ ਕੇ ਬੈਠੇ ਹਾਂ ਆਪਣੇ ਹੱਕਾਂ ਲਈ। ਤੇ ਮੈਂ ਕਹਾਂ ਵੀ ਜੇ ਇਹ ਤੁਹਾਨੂੰ ਅੰਦੋਲਨ ਜਿਹੜਾ ਚੱਲ ਰਿਹਾ, ਤੇ ਜੇ ਤੁਸੀਂ ਇਸ ਅੰਦੋਲਨ ਨੂੰ ਤਵੱਜੋ ਦਿਓ ਤੇ ਇਹਨੂੰ ਜੇ ਖਤਮ ਕਰਨਾ ਚਾਹੁੰਦੇ ਤੇ ਤੁਹਾਡੇ ਕੋਲ ਤੇ ਤੁਸੀਂ ਕਹਿਣਾ ਹੀ ਆ ਜੀ ਇਹ ਜਿਹੜੇ 3 ਬਿੱਲ ਮੈਂ ਲਾਗੂ ਕੀਤੇ ਆ ਮੈਂ ਖਤਮ ਕਰਦਾ, ਅੰਦੋਲਨ ਖਤਮ ਹੋ ਜਾਣਾ। ਜਿਸ ਤਰ੍ਹਾਂ ਇੰਨੀ ਜ਼ਿਆਦਾ ਠੰਡ ਆਈ ਹੈ ਦਿੱਲੀ ਦੇ ਵਿੱਚ, ਹੋਰ ਵੀ ਤੇ 5 ਡਿਗਰੀ ਤੋਂ ਥੱਲੇ ਤਾਪਮਾਨ ਰਹਿੰਦਾ, ਬੜੀ ਕੜਾਕੇ ਠੰਡ ਪੈ ਰਹੀ ਆ। ਇਸ ਮੌਸਮ ਵਿੱਚ ਵੀ ਜਿਹੜੇ ਆ ਕਿਸਾਨ ਜਿਹੜੇ ਹੋਰ ਮਜ਼ਦੂਰ ਵਰਗ ਆ ਉਹ ਸੜਕਾਂ 'ਤੇ ਬੈਠੇ ਹੋਏ ਦਿਨ ਰਾਤ, ਤੇ ਤੁਹਾਨੂੰ ਕੀ ਲੱਗਦਾ ਅੰਦੋਲਨ ਦਾ ਜਿਹੜਾ ਹੁਣ ਭਵਿੱਖ ਆ ਕੀ ਹੋਊਗਾ? ਕੀ ਸਰਕਾਰ ਇਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੰਨੂਗੀ? ਦੇਖੋ ਜੀ, ਮੰਗਾਂ ਮੰਨਣ ਤੋਂ ਬਿਨਾਂ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ, ਕਿਉਂਕਿ ਇਹ ਸੰਘਰਸ਼ ਜਿਹੜਾ ਸ਼ੁਰੂ ਹੋ ਚੁੱਕਾ, ਇਹ ਇਕੱਲਾ ਪੰਜਾਬ ਦਾ ਨਹੀਂ, ਸਮੁੱਚੇ ਭਾਰਤ ਦਾ, ਸਮੁੱਚੀਆਂ ਕਿਸਾਨ ਜਥੇਬੰਦੀਆਂ ਦਾ, ਇਹ ਉਨਾ ਤੱਕ ਜਾਰੀ ਰਹਿਣਾ ਜਿੰਨਾ ਤੱਕ ਇਹ ਆਰਡੀਨੈਂਸ ਜਿਹੜੇ ਬਿੱਲ ਹੈ ਇਹ ਰੱਦ ਨਹੀਂ ਕੀਤੇ ਜਾਂਦੇ। ਇਹ ਰੱਦ ਕਰਾਉਣ ਲਈ ਗਏ ਆ, ਅਤੇ ਰੱਦ ਕਰਵਾ ਕੇ ਇਹਨਾਂ ਨੇ ਵਾਪਸ ਮੁੜਨਾ। ਦੂਜੀ ਤੁਸੀਂ ਗੱਲ ਠੰਡ ਦੀ ਕੀਤੀ ਹੈ,
ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੀਸ ਦਾ ਬਲਿਦਾਨ ਦਿੱਤਾ ਉਦੋਂ ਵੀ ਇਦਾਂ ਦੀ ਠੰਡ ਸੀ। ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਅੱਜ ਤੁਸੀਂ ਦੇਖੋ ਉਹਨਾਂ ਦਾ ਦਿਹਾੜਾ ਆ, ਅੱਜ ਵੀ ਉਹੀ ਠੰਡ ਹੈ। ਤੇ ਜਦੋਂ ਉਹ ਸਾਡੇ ਸਾਹਿਬਜ਼ਾਦੇ ਕੜਾਕੇ ਦੀ ਠੰਡ ਵਿੱਚ ਪੈਰਾਂ ਤੋਂ ਨੰਗੇ ਤੇ ਤਨ ਉੱਤੇ ਕੱਪੜਾ ਨਹੀਂ ਸੀ, ਉਹ ਇਸ ਠੰਡ ਨੂੰ ਝੱਲ ਕੇ ਇੱਕ ਨਵਾਂ ਇਤਿਹਾਸ ਰਚ ਗਿਆ। ਤੇ ਅੱਜ ਤੇ ਮੈਂ ਕਹਾਂ ਵੀ ਸਾਡੇ ਕੋਲ ਉੱਥੇ ਬੈਠਿਆਂ ਕੋਲ ਸਾਧਨ ਵੀ ਬੜੇ ਆ, ਭਾਵੇਂ ਕੜਾਕੇ ਦੀ ਠੰਡ ਹੈ, ਹਰ ਚੀਜ਼ ਸਾਡੇ ਕੋਲ ਹੈ। ਤੇ ਅੱਜ ਅਸੀਂ ਇਹ ਸੰਘਰਸ਼ ਵਿੱਚ ਥੋੜ੍ਹੀ ਛੱਡਣ ਲੱਗੇ ਹਾਂ। ਜੇ ਐਡੇ ਕੜਾਕੇ ਦੀ ਠੰਡ ਵਿੱਚ ਅਸੀਂ ਉਸ ਸੰਘਰਸ਼ ਨੂੰ ਜਿੱਤਿਆ ਤੇ ਅੱਜ ਵਾਲਾ ਸੰਘਰਸ਼ ਵੀ ਸਾਡੇ ਲਈ ਜਿੱਤਣਾ ਕੋਈ ਔਖਾ ਨਹੀਂ। ਅਸੀਂ ਇਸ ਸੰਘਰਸ਼ ਨੂੰ ਇਸ ਤਰ੍ਹਾਂ ਜਾਰੀ ਰੱਖਾਂਗੇ। ਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਭਰੋਸਾ ਦਿਵਾਉਣਾ ਕਿ ਮੈਂ ਵੀ ਇੱਕ ਕਿਸਾਨ ਆ, ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਸ਼ਾਇਦ ਅਸੀਂ ਅੱਜ ਵੀ ਰਾਤ ਦਿੱਲੀ ਰਵਾਨਾ ਹੋਈਏ, ਸਾਰੇ ਸਿੰਘ ਇੱਥੋਂ ਉਸ ਜਿਹੜਾ ਚੱਲ ਰਿਹਾ ਅੰਦੋਲਨ ਉਹਦੇ ਵਿੱਚ ਆਪਣਾ ਯੋਗਦਾਨ ਜਾ ਕੇ ਦਈਏ, ਉੱਥੇ ਹਾਜ਼ਰੀ ਜਾ ਕੇ ਫਿਰ ਭਰੀਏ। ਅੱਗੇ ਵੀ ਅਸੀਂ ਭਰ ਕੇ ਆਏ ਹਾਂ, ਜਿੰਨੀਆਂ ਕਿ ਸਾਨੂੰ ਸੇਵਾਵਾਂ ਲੱਗੀਆਂ ਅਸੀਂ ਉਹ ਕੀਤੀਆਂ, ਤੇ ਗਾਂਹ ਵੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਤੇ ਇਹ ਅੰਦੋਲਨ ਨੂੰ ਜਾਰੀ ਰੱਖਣਾ ਪੈਣਾ। ਜੇਕਰ ਨਹੀਂ ਰੱਖਿਆ ਅੰਦੋਲਨ ਜਾਰੀ ਤੇ ਇਹ ਜਿਹੜੇ ਆਰਡੀਨੈਂਸ ਇਹ ਸਾਡੇ ਤੇ ਲਾ ਰਹੇ ਆ, ਜਿਹਨੂੰ ਰੱਦ ਨਾ ਕਰਵਾਇਆ ਤੇ ਕਿਸਾਨੀ ਦਾ ਬਹੁਤ ਵੱਡਾ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਹੈ। ਉਹਦੇ ਵਿੱਚ ਇਕੱਲੇ ਅਸੀਂ ਨਹੀਂ, ਉਹਦੇ ਵਿੱਚ ਦੇਖੋ ਕਿੰਨੇ ਲੋਕਾਂ ਦਾ ਰੁਜ਼ਗਾਰ ਖਤਮ ਹੋ ਰਿਹਾ, ਆੜ੍ਹਤ ਐਸੋਸੀਏਸ਼ਨ ਖਤਮ ਹੋ ਰਹੀ ਹੈ, ਉਹਦੇ ਵਿੱਚ ਅਨੇਕਾਂ ਮਜ਼ਦੂਰ ਜਿਹੜੇ ਆ ਉਹਨਾਂ ਦਾ ਭਵਿੱਖ ਦਾ ਤੇ ਲੱਗਾ ਹੋਇਆ, ਕਿਸਾਨ ਤੇ ਲੱਗਾ ਇਹਦੇ ਵਿੱਚ ਮਜ਼ਦੂਰ ਨੂੰ ਵੀ ਬਹੁਤ ਵੱਡਾ ਜਿਹੜਾ ਹੈ ਨੁਕਸਾਨ ਹੋ ਰਿਹਾ। ਇਸ ਕਰਕੇ ਮੈਂ ਕਹੂੰਗਾ ਵੀ ਇਹ ਜਿਹੜਾ ਅੰਦੋਲਨ ਹੈ ਇਹ ਇੱਦਾਂ ਹੀ ਜਾਰੀ ਰਹਿਣਾ ਜਿੰਨਾ ਤੱਕ ਕਿ ਸਾਡੇ ਆਰਡੀਨੈਂਸ ਰੱਦ ਨਹੀਂ ਕਰਦੇ। ਹੁਣ ਵੀ ਮੈਂ ਮੋਦੀ ਸਾਹਿਬ ਦੀ ਸਪੀਚ ਸੁਣ ਰਿਹਾ ਸੀ, ਉਹ ਕਿਸਾਨਾਂ ਨੂੰ ਬਿਠਾ ਕੇ ਪੁੱਛਦੇ ਸੀ ਵੀ ਤੈਨੂੰ ਕਿੰਨਾ ਫਾਇਦਾ ਹੋਇਆ, ਕਿੰਨਾ ਨੁਕਸਾਨ। ਮੋਦੀ ਸਾਹਿਬ ਅਸੀਂ ਤੁਹਾਡੇ ਨਾਲ ਸਹਿਮਤ ਹੈ, ਨੁਕਸਾਨ ਫਾਇਦੇ ਦੀਆਂ ਜਿਹੜੀਆਂ ਗੱਲਾਂ ਆ ਉਹ ਬਾਅਦ ਵਿੱਚ, ਪਰ ਜਿਹੜੀ ਸਮਰਥਨ ਮੁੱਲ ਹੈ ਤੁਸੀਂ ਉਸ ਗੱਲ ਦੇ ਮੁੱਦੇ ਤੇ ਆਓ ਵੀ ਤੁਸੀਂ ਬਿਹਾਰ ਦਾ ਝੋਨਾ ਕਿੰਨਾ KMPS ਦੇ ਕੇ ਉਹ ਜਿਹੜਾ ਮਿੱਥੇ ਮੁੱਲ ਤੇ ਖਰੀਦਿਆ ਉਹ ਦੱਸੋ, ਸਾਨੂੰ ਰਿਕਾਰਡ ਦਿਓ। ਯੂਪੀ ਦਾ ਕਿੰਨਾ ਝੋਨਾ ਤੁਸੀਂ ਖਰੀਦਿਆ ਸਾਨੂੰ ਦੱਸੋ। ਲੋਕ ਤੇ ਅੱਜ ਵੀ ਕਿਸਾਨ ਯੂਪੀ ਦਾ ਸੜਕ ਤੇ ਰੋਲ ਰਿਹਾ, ਸ਼ੈਲਰਾਂ ਦੇ ਮੂਹਰੇ ਟਰਾਲੀਆਂ ਲੈ ਕੇ ਖੜਾ, ਜਿਨ੍ਹਾਂ ਨੇ ਝੋਨਾ ਰੱਖਿਆ ਸੀ ਵੀ ਚਲੋ ਸ਼ਾਇਦ ਸਾਡਾ ਪੂਰੇ ਭਾਅ ਤੇ ਵਿਕ ਜੂ, ਅੱਜ ਵੀ ਨਹੀਂ ਵਿਕਿਆ, ਅੱਜ ਵੀ ਲੋਕ ਲਾਈਨਾਂ 'ਚ ਖੜੇ ਉੱਥੇ। ਅਸੀਂ ਕਿਵੇਂ ਕਹਿ ਦਈਏ ਵੀ ਤੁਸੀਂ ਸਾਨੂੰ ਸਮਰਥਨ ਮੁੱਲ, ਜਦੋਂ ਤੁਸੀਂ ਆਰਡੀਨੈਂਸ ਜਾਰੀ ਕਰ ਦਿੱਤੇ ਫਿਰ ਤੇ ਕਹਾਣੀ ਖਤਮ ਹੋ ਜਾਣੀ। ਹਾਂਜੀ, ਤੁਸੀਂ ਕਹਿ ਰਹੇ ਸਮਰਥਨ ਮੁੱਲ ਦੇਵਾਂਗੇ, ਪਰ ਸਾਨੂੰ ਉਮੀਦ ਨਹੀਂ ਤੁਹਾਡੇ ਤੇ। ਜੇਕਰ ਸਮਰਥਨ ਮੁੱਲ ਤੁਸੀਂ ਦੇਣਾ ਸੀ ਤੇ ਮੈਂ ਕਹਿੰਦਾ ਕਿ ਤੁਸੀਂ ਸਮਰਥਨ ਮੁੱਲ ਦੇਣਾ ਚਾਹੁੰਦੇ ਹੋ ਤੇ ਜਿਹੜੀਆਂ ਪਹਿਲੀਆਂ ਫਸਲਾਂ ਪਹਿਲਾਂ ਤੁਸੀਂ ਯੂਪੀ ਨੂੰ ਜਿਹੜਾ ਝੋਨਾ ਵਿਕਿਆ ਉਹਨਾਂ ਦੀ ਅਦਾਇਗੀ ਦਿਓ, ਸਾਨੂੰ ਵਿਸ਼ਵਾਸ ਦਿਵਾਓ ਵੀ ਆ ਜਿਹੜਾ ਪਹਿਲਾਂ ਝੋਨਾ ਯੂਪੀ 'ਚ ਖਰੀਦਿਆ ਗਿਆ। ਮੈਂ ਉਹਦੇ ਤੇ ਇਹ ਸਮਰਥਨ ਮੁੱਲ ਦੇ ਵਿੱਚ ਇਹ ਹੁੰਦਾ ਕਿ ਭਾਵੇਂ ਉਹ ਕੋਈ ਮਿੱਲ ਖਰੀਦੇ, ਭਾਵੇਂ ਕੋਈ ਸ਼ੈਲਰ ਖਰੀਦੇ, ਸਮਰਥਨ ਮੁੱਲ ਤੋਂ 1 ਰੁਪਈਆ ਘੱਟ ਨਾ ਖਰੀਦਿਆ ਜਾਵੇ। ਇਹ ਤੇ ਗੱਲ ਹੈ, ਪਰ ਜਿਹੜੀ ਕੰਪਨੀਆਂ ਪ੍ਰਾਈਵੇਟ ਕੰਪਨੀਆਂ ਤਾਂ ਸਾਡਾ ਝੋਨਾ ਅੱਧ ਮੁੱਲ ਤੇ ਖਰੀਦ ਰਹੀਆਂ। ਜਾਂ ਤੁਸੀਂ ਸਰਕਾਰ ਨੇ ਮੰਡੀ ਵਿੱਚ ਆਉਣਾ ਹੀ ਨਹੀਂ, ਤੁਹਾਡਾ ਕੋਈ ਅਫਸਰ ਆਊਗਾ ਨਾ ਖਰੀਦਣ ਲਈ, ਤੇ ਸਮਰਥਨ ਮੁੱਲ ਸਾਨੂੰ ਕਿੱਥੋਂ ਮਿਲੂਗਾ? ਸਮਰਥਨ ਮੁੱਲ ਤਾਂ ਤਾਂ ਹੀ ਮਿਲੂਗਾ ਨਾ ਤੁਸੀਂ ਮੰਡੀਆਂ ਵਿੱਚ ਆ ਕੇ ਸਾਡਾ ਮਾਲ ਖਰੀਦੋਗੇ। ਤੇ ਬੇਨਤੀ ਇਹ ਆ ਵੀ ਉੱਥੇ ਜਾ ਕੇ ਤੁਸੀਂ ਦੇਖੋ ਵੀ ਤੁਹਾਡੀ ਮੰਡੀ ਹੈ ਕਿੱਥੇ ਆ, ਉੱਥੇ ਤੁਸੀਂ ਕਿੱਥੇ ਝੋਨਾ ਖਰੀਦ ਰਹੇ ਹੋ, ਕਿਹੜੀ ਜਗ੍ਹਾ ਤੁਹਾਡੀ। ਯੂਪੀ 'ਚ ਤਾਂ ਪੰਜਾਬ ਦੇ ਵਿੱਚ ਮੰਡੀਆਂ, ਯੂਪੀ 'ਚ ਮੰਡੀ ਦਿਖਾ ਲਓ ਕਿੱਥੇ ਆ, ਬਿਹਾਰ ਵਿੱਚ ਮੰਡੀ ਕਿੱਥੇ ਆ। ਇਸ ਕਾਨੂੰਨਾਂ ਮੰਡੀਆਂ ਵੀ ਖਤਮ ਹੋ ਜਾਣੀਆਂ ਪੰਜਾਬ 'ਚੋਂ। ਬਿਲਕੁਲ ਜੀ, ਕਾਨੂੰਨਾਂ ਦੇ ਜਦੋਂ ਇਹ ਜਿਹੜਾ ਕਾਨੂੰਨ ਚੱਲਿਆ, ਜੇ ਬਿਹਾਰ ਵਿੱਚ ਮੰਡੀ ਹੈ ਨਹੀਂ, ਜੇ ਯੂਪੀ ਵਿੱਚ ਮੰਡੀ ਹੈ ਨਹੀਂ, ਤੇ ਪੰਜਾਬ ਦੇ ਵਿੱਚ ਮੰਡੀ ਵੀ ਸਾਰੀ ਖਤਮ ਹੋ ਜਾਊਗੀ। ਪੰਜਾਬ ਔਰ ਹਰਿਆਣਾ ਦੋ ਹੀ ਸਟੇਟਾਂ ਜਿਹਦੇ ਵਿੱਚ ਮੰਡੀਕਰਨ ਹੋ ਰਿਹਾ, ਬਾਕੀ ਕਿਸੇ ਸਟੇਟ ਵਿੱਚ ਕੋਈ ਮੰਡੀਕਰਨ ਨਹੀਂ ਹੈਗਾ। ਠੀਕ ਹੈ ਬਾਬਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਚੇਤਨਾ ਚੈਨਲ ਨੂੰ ਆਪਣਾ ਸਮਾਂ ਦਿੱਤਾ। ਮੈਂ ਸਾਰੇ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਤੁਹਾਡਾ ਬਹੁਤ, ਵੀ ਤੁਸੀਂ ਸਾਡੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਆ ਉਹ ਪ੍ਰਧਾਨ ਮੰਤਰੀ ਤੱਕ ਪਹੁੰਚਾ ਰਹੇ ਹੋ, ਸਾਡੇ ਮਨ ਦੀਆਂ ਸੋਚਾਂ ਨੂੰ, ਸਾਡੇ ਦਿਲ ਦੀਆਂ ਜਿਹੜੀਆਂ ਸਾਡੇ ਦਿਲ ਦੇ ਵਿੱਚ ਉਬਾਲ ਉੱਠੇ ਹੈ ਤੇ ਸਾਡੀਆਂ ਜਿਹੜੀਆਂ ਮਨ ਦੀਆਂ ਆਸਾਂ ਉਹ ਤੁਸੀਂ ਪ੍ਰਧਾਨ ਮੰਤਰੀ ਤੱਕ ਲਿਜਾ ਰਹੇ। ਤੇ ਮੈਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਬੜੇ ਸੂਝਵਾਨ ਆ, ਉਹ ਸਾਡੇ ਕਿਸਾਨਾਂ ਦੇ ਇਸ ਮੁੱਦੇ ਨੂੰ ਧਿਆਨ ਨਾਲ ਸੁਣ ਕੇ ਆਪਣਾ ਸਹੀ ਫੈਸਲਾ ਦੇ ਕੇ ਕਿਸਾਨਾਂ ਨੂੰ ਖੁਸ਼ ਆਪਣੇ ਘਰਾਂ ਨੂੰ ਮੋੜਨ। ਤੇ ਜਿਹੜੇ 3 ਆਰਡੀਨੈਂਸ ਜਾਰੀ ਕੀਤੇ ਹੈ, ਤੇ ਜੇ ਤੁਸੀਂ ਕਹਿੰਦੇ ਇਹਨਾਂ ਦੇ ਲਾਗੂ ਹੋਣ ਦਾ ਕੋਈ ਨੁਕਸਾਨ ਨਹੀਂ, ਤੇ ਕਿਸਾਨ ਕਹਿੰਦੇ ਫਾਇਦਾ ਕੋਈ ਨਹੀਂ, ਤੇ ਤੁਸੀਂ ਕਿਸਾਨਾਂ ਦੀ ਗੱਲ ਮੰਨ ਲਓ। 9 ਕਰੋੜ ਕਿਸਾਨ ਉੱਥੇ ਬੈਠਾ ਤੇ ਤੁਸੀਂ ਇਕੱਲੇ ਕਹੀ ਜਾਂਦੇ ਨੁਕਸਾਨ ਹੈ, ਨੁਕਸਾਨ ਕੋਈ ਨਹੀਂ, ਤੇ 9 ਕਰੋੜ ਬੰਦਾ ਕਹਿ ਰਿਹਾ ਕਿ ਇਹਦਾ ਫਾਇਦਾ ਕੋਈ ਨਹੀਂ, ਤੇ ਫਿਰ ਤੁਸੀਂ ਉਹ 9 ਕਰੋੜ ਦੀ ਗੱਲ ਸੁਣੋ ਨਾ, ਜਿੱਧਰ ਬਹੁਤਾ ਬਹੁਮਤ ਉਹਦੇ ਲਈ ਗੱਲ ਸੁਣੋ। ਤੇ ਜਦੋਂ ਵੀ ਸਰਕਾਰ ਜਿੱਤੀ ਆ ਉਹ ਵੋਟਾਂ ਨਾਲ ਜਿੱਤੀ ਹੈ, ਤੇ ਜਿੱਧਰ ਬਹੁਮਤ ਜ਼ਿਆਦਾ ਹੁੰਦਾ ਸਰਕਾਰ ਉਹਨਾਂ ਦੀ ਬਣਦੀ ਹੈ। ਤੇ ਅੱਜ ਵੀ ਕਿਸਾਨਾਂ ਦਾ ਬਹੁਮਤ ਹੈ, ਤੇ ਤੁਸੀਂ ਉਹਨਾਂ ਦੀ ਗੱਲ ਨੂੰ ਸੁਣ ਲਓ। ਤੇ ਮੈਂ ਕਹਾਂਗਾ ਜੇ ਮੋਦੀ ਸਾਹਿਬ ਤੁਸੀਂ ਅੱਜ ਉਹਨਾਂ ਦੀ ਗੱਲ ਸੁਣ ਲਓਗੇ ਨਾ, ਤੇ ਸਤਿਗੁਰੂ ਦਾ ਇੱਕ ਬਚਨ ਹੈ ਕਿ ਕਿਸੇ ਨੂੰ ਜਿੱਤਣ ਵਾਸਤੇ ਪਹਿਲਾਂ ਉਹਦਾ ਦਿਲ ਜਿੱਤਣਾ ਪੈਂਦਾ, ਦਿਲ ਨੂੰ ਜਿੱਤਣਾ। ਤੇ ਪਾਤਸ਼ਾਹ ਕਹਿੰਦੇ ਕਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ,
ਸਗਲ ਜਮਾਤੀ ਮਨ ਜੀਤੇ ਜਗ ਜੀਤ। ਤੇ ਜੇ ਪਹਿਲਾਂ ਤੁਸੀਂ ਆਪਣਾ ਜੇ ਜਗ ਜਿੱਤਣਾ ਚਾਹੁੰਦੇ ਹੋ ਨਾ, ਤੇ ਪਹਿਲਾਂ ਆਪਣਾ ਮਨ ਜਿੱਤੋ। ਇਹਨਾਂ ਕਿਸਾਨਾਂ ਦੇ ਮਨ ਨੂੰ ਜਿੱਤੋ, ਇਹਨਾਂ ਦੀ ਜਿਹੜੀ ਮਨ ਦੀ ਆਵਾਜ਼ ਉਹਨੂੰ ਸੁਣੋ, ਆਰਡੀਨੈਂਸ ਨੂੰ ਖਤਮ ਕਰਕੇ ਮਨ ਜਿੱਤ ਲਓ। ਤੇ ਮੈਨੂੰ ਇੰਨਾ ਪਤਾ ਕਿ ਸਾਡੀ ਸਿੱਖ ਕੌਮ ਐਡੀ ਇੱਕ ਭਾਵਕ ਕੌਮ ਹੈ, ਐਡੀ ਇੱਕ ਇਹ ਕੋਮਲ ਹਿਰਦੇ ਵਾਲੀ ਕੌਮ ਹੈ। ਤੁਸੀਂ ਉੱਦਾਂ ਹੀ ਇਹਨਾਂ ਨੂੰ ਕਹਿ ਦਿਓ, ਭਾਵੇਂ ਇਹਨਾਂ ਦੀ ਜਾਨ ਵੀ ਲੈ ਲਓ, ਤੁਹਾਨੂੰ ਜਾਨ ਦੇ ਦੇਣਗੇ, ਪਰ ਆਹ ਜਿਹੜੇ ਬਿੱਲ ਹੈ ਨਾ, ਇਹੀ ਤੂੰ ਵਾਪਸ ਕਰ ਦੇ ਤੇ ਤਾਂ ਸਮੁੱਚੇ ਭਾਰਤ ਉੱਤੇ ਆਪਣੇ ਆਪ ਰਾਜ ਹੋ ਜਾਣਾ। ਤੇ ਇਸ ਕਰਕੇ ਮੈਂ ਬੇਨਤੀ ਕਰਾਂ ਵੀ ਆਹ ਆਰਡੀਨੈਂਸਾਂ ਦਾ ਜੇ ਤੁਸੀਂ ਕਹਿੰਦੇ ਨੁਕਸਾਨ ਕੋਈ ਨਹੀਂ ਤੇ ਕਿਸਾਨ ਕਹਿੰਦਾ ਇਹਦਾ ਫਾਇਦਾ ਕੋਈ ਨਹੀਂ, ਤੇ ਤੁਸੀਂ ਖਤਮ ਕਰ ਦਿਓ ਤੇ ਜਿਹੜੀ ਲੜਾਈ ਇੱਥੇ ਖਤਮ ਹੋ ਜਾਊਗੀ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਖੁਸ਼ਹਾਲ ਹੋਣਗੇ। ਮੈਂ ਫਿਰ ਬੇਨਤੀ ਕਰਦਾ ਕਿ ਨਵਾਂ ਸਾਲ ਚੜ੍ਹਨ ਵਾਲਾ, ਤੁਸੀਂ ਇਹ ਸੰਦੇਸ਼ ਕੌਮ ਨੂੰ ਦੇ ਕੇ ਆਉਣ ਵਾਲੇ ਨਵੇਂ ਸਾਲ ਦੀਆਂ ਖੁਸ਼ੀਆਂ ਆਪਣੇ ਨਾਮ ਕਰਵਾਓ ਤੇ ਸਮੁੱਚੇ ਕਿਸਾਨ ਵਾਸੀਆਂ ਨੂੰ, ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਇਹ ਜੋ ਖੁਸ਼ਹਾਲੀ ਵਾਲਾ ਰਸਤਾ ਜੋ ਇਹ ਤੁਹਾਡੇ ਤੋਂ ਮੰਗ ਕਰ ਰਹੇ ਆ ਉਹ ਦਿਓ ਤੇ ਇਹ ਆਪਣੀਆਂ ਜਿਹੜੀਆਂ ਮੰਗਾਂ ਲੈ ਕੇ ਉਹਨਾਂ ਨੂੰ ਪੂਰਾ ਕਰੋ ਤੇ ਖੁਸ਼ਹਾਲ ਖੁਸ਼ੀ ਆਪਣੇ ਘਰਾਂ ਨੂੰ ਵਾਪਸ ਆਉਣ। ਤੇ ਅੰਦੋਲਨ ਜਿਹੜਾ ਹੈ ਤੁਸੀਂ ਹੁਣ ਕਹਿ ਦਿਓ ਕਿ ਮੈਂ ਜੀ ਇਹ ਸਾਰੇ ਰੱਦ ਕਰਦਾ ਤੇ ਸਾਰਾ ਅੰਦੋਲਨ ਖਤਮ, ਰਾਤ ਨੂੰ ਸਾਰੇ ਲੋਕਾਂ ਨੇ ਆਪੋ ਆਪਣੇ ਘਰਾਂ ਨੂੰ ਆ ਜਾਣਾ। ਤੇ ਇਸ ਕਰਕੇ ਬੇਨਤੀ ਹੈ ਫਿਰ ਹੱਥ ਜੋੜ ਕੇ ਕਿ ਆਪ ਜੀ ਇਹ ਕਿਸਾਨਾਂ ਦੀ ਆਵਾਜ਼ ਨੂੰ ਸੁਣੋ। ਤੇ ਜੇ ਤੁਸੀਂ ਅਡਾਨੀ ਸਾਹਿਬ ਦੇ ਘਰ ਪੁੱਤਰ ਅਡਵਾਨੀ ਦੇ ਪੋਤਰਾ ਪੈਦਾ ਹੁੰਦਾ ਤੇ ਵਧਾਈਆਂ ਦੇਣ ਉੱਥੇ ਜਾ ਸਕਦੇ ਆ, ਸਿੰਘੂ ਬਾਰਡਰ ਤੇ ਦਿੱਲੀ ਦੇ ਨਾਲ ਆ, ਤੇ ਤੁਸੀਂ ਉੱਥੇ ਆ ਕੇ ਕਿਸਾਨਾਂ ਦੀ ਆਵਾਜ਼ ਸੁਣੋ ਤੇ ਉਹਨਾਂ ਨੂੰ ਖੁਸ਼ਹਾਲੀ ਦਿਓ, ਉਹਨਾਂ ਦੇ ਜਿਹੜੇ ਮਨ ਦੀਆਂ ਆਸਾਂ ਉਹਨਾਂ ਨੂੰ ਪੂਰਾ ਕਰੋ ਤੇ ਇਸ ਆਰਡੀਨੈਂਸ ਨੂੰ ਖਤਮ ਕਰਕੇ ਖੁਸ਼ੀਆਂ ਦਿਓ। ਤੇ ਸਮੁੱਚਾ ਭਾਰਤ ਨੂੰ ਮੈਂ ਫਿਰ ਆਪਣੇ ਵੱਲੋਂ ਗੁਰਦੁਆਰਾ ਸਿੰਘਾਂ ਸ਼ਹੀਦਾਂ, ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਵੇਟ ਤੇ ਸਾਰੇ ਜਥੇ ਵੱਲੋਂ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ, ਜਿਹੜੇ ਕਿਸਾਨ ਵੀਰ ਉਸ ਅੰਦੋਲਨ ਦੇ ਵਿੱਚ ਠੰਡ ਦੇ ਨਾਲ ਅਤੇ ਕੁਛ ਹਾਦਸਿਆਂ ਦੇ ਵਿੱਚ ਤੇ ਜਿਨ੍ਹਾਂ ਨੇ ਵੀ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਹੈ, ਮੈਂ ਉਹਨਾਂ ਸਾਰਿਆਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਤੇ ਸਤਿਗੁਰੂ ਅੱਗੇ ਬੇਨਤੀ ਕਰਦਾ ਕਿ ਮਹਾਰਾਜ ਉਹਨਾਂ ਕਿਸਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਅੰਦੋਲਨ ਵਿੱਚ ਯੋਗਦਾਨ ਦਿੱਤਾ, ਉਹਨਾਂ ਦਾ ਇਹ ਜਿਹੜਾ ਸ਼ਹਾਦਤ ਹੈ ਉਹ ਲੇਖੇ ਵਿੱਚ ਲਾ ਕੇ ਇਸ ਅੰਦੋਲਨ ਦੇ ਵਿੱਚ ਸਾਨੂੰ ਜਿੱਤ ਦੀ ਦਾਤ ਬਖਸ਼ਿਓ। ਉਹਨਾਂ ਦੀ ਜਿਹੜੀ ਇਹ ਸ਼ਹਾਦਤ ਹੈ ਉਹ ਬਿਰਥੀ ਨਾ ਜਾਣ ਦਿਓ। ਕਿਰਪਾ ਕਰੇ ਸਤਿਗੁਰੂ ਤੇ ਉਹਨਾਂ ਵਿਛੜੀਆਂ ਰੂਹਾਂ ਨੂੰ ਮਹਾਰਾਜ ਚਰਨਾਂ 'ਚ ਨਿਵਾਸ ਦੇਣ ਤੇ ਸਮੁੱਚੇ ਕਿਸਾਨਾਂ ਨੂੰ ਖੁਸ਼ਹਾਲੀ ਦੇਣ। ਇਹੀ ਅਰਦਾਸ ਕਰਦਾ ਹੋਇਆ ਖਿਮਾ ਮੰਗਦਾ ਸਮੂਹ ਪੱਤਰਕਾਰਾਂ ਦਾ, ਰਾਜਾ ਸਟੂਡੀਓ ਤੋਂ ਆਪਣੇ ਪ੍ਰਦੀਪ ਰਾਜਾ ਜੀ, ਉਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ, ਜਿਹੜੇ ਕਿ ਖਬਰਾਂ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾ ਰਹੇ ਆ ਤੇ ਸਾਡੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਆ। ਤੇ ਮੀਡੀਆ ਦਾ ਵੱਡਾ ਯੋਗਦਾਨ ਹੈ। ਫਿਰ ਮੈਂ ਮੀਡੀਆ ਨੂੰ ਵੀ ਇਹੀ ਗੱਲ ਕਹੂੰਗਾ ਕਿ ਭਾਈ ਜਿਹੜੀਆਂ ਵਧੀਆ ਚੀਜ਼ਾਂ ਉਹ ਦੁਨੀਆ ਨੂੰ ਦਿਖਾ ਲਓ, ਜਿਹਦੇ ਨਾਲ ਸਮਾਜ ਨੂੰ, ਦੇਸ਼ ਨੂੰ, ਕੌਮ ਨੂੰ ਸੇਧ ਮਿਲ ਸਕੇ। ਤੇ ਤੁਸੀਂ ਇਹ ਸਾਡਾ ਸੰਦੇਸ਼ ਸਾਰੇ ਵਿੱਚ ਦਿਓ ਤੇ ਸ਼ਾਇਦ ਪ੍ਰਧਾਨ ਮੰਤਰੀ ਕਿਸੇ ਦੀ ਆਵਾਜ਼ ਨੂੰ ਸੁਣ ਕੇ ਉਹਦੇ ਮਨ ਵਿੱਚ ਬਦਲਾਅ ਪੈਦਾ ਹੋ ਜਾਵੇ ਤੇ ਸਾਡੇ ਕਿਸਾਨਾਂ ਦਾ ਜਿਹੜਾ ਮਸਲਾ ਇਹ ਹੱਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਤੇ ਜਿਨ੍ਹਾਂ ਨੇ ਦੱਸਿਆ ਵੀ ਜਿਹੜਾ ਕਿਸਾਨ ਅੰਦੋਲਨ ਇਸ ਵੇਲੇ ਚਰਮ ਸੀਮਾ ਤੇ ਪਹੁੰਚ ਚੁੱਕਾ ਆ ਤੇ ਕਿਸਾਨ ਅੰਦੋਲਨ ਤਾਂ ਹੀ ਖਤਮ ਸਕਦਾ ਜੇ ਜਿਹੜੇ ਖੇਤੀ ਬਿੱਲ ਆ ਜੋ ਕਿਸਾਨਾਂ ਦੇ ਲਈ ਇਹ ਬਹੁਤ ਮਾਰੂ ਨੇ, ਜਿਹਦੇ ਨਾਲ ਕਿਸਾਨੀ ਤੇ ਮਜ਼ਦੂਰ ਖਤਮ ਹੋ ਜਾਣਾ। ਇਸ ਲਈ ਮੋਦੀ ਸਰਕਾਰ ਨੂੰ ਜਲਦੀ ਤੋਂ ਜਲਦੀ ਨਵੇਂ ਸਾਲ ਤੇ ਇੱਕ ਤੋਹਫਾ ਜਿਹੜਾ ਕਿਸਾਨਾਂ ਨੂੰ ਦੇਣਾ ਚਾਹੀਦਾ ਆ ਵੀ ਇਹ ਬਿੱਲ ਜਿਹੜੇ ਕੈਂਸਲ ਕਰਕੇ। ਆਲੋਵਾਲ ਤੋਂ ਚੇਤਨਾ ਚੈਨਲ ਲਈ ਕੈਮਰਾ ਪਰਸਨ ਮਨਜਿੰਦਰ ਦੇ ਨਾਲ ਪ੍ਰਦੀਪ ਰਾਜਾ।